ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਡੰਡਾਉਤ ਬੰਦਨ ਨਮਕਬਾਰ, ਸਰਬ ਕਲਾ ਸਮਰੱਥ ਅੰਦੋਲਨ ਤੇ ਰਾਖੋ ਪ੍ਰਭੂ, ਨਾਨਕ ਦੇ ਕਰ ਹੱਥ। ਗਿਆਨ ਧਿਆਨ ਕਿਛ ਕਰਮ ਨ ਜਾਣਾ, ਸਾਰ ਨ ਜਾਣਾ ਤੇਰੀ। ਸਭ ਤੇ ਵੱਡਾ ਸਤਿਗੁਰ ਨਾਨਕ, ਜਿਨ ਕਲ ਰਾਖੀ ਮੇਰੀ। ਸੱਜਣਾ ਸੱਚਾ ਪਾਤਸ਼ਾਹ, ਸਿਰ ਸਾਹਾਂ ਦਾ ਸਾਹੁ। ਜਿਸ ਪਾਸ ਬੈਠਿਆ ਸੋਹੀਐ, ਸਭਨਾ ਦਾ ਵੀ ਸਾਹੁ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਧਨਾਸਰੀ ਮਹੱਲਾ ਪੰਜਵਾ। ਦੀਨ ਦਰਦ ਨਿਵਾਰ ਠਾਕੁਰ, ਰਾਖੈ ਜਨ ਕੀ ਆਪ। ਤਾਰਨ ਤਾਰਨ ਹਾਰ ਨਿਧ, ਦੁਖ ਨ ਸਕੈ ਵਿਆਪ। ਦੀਨ ਦਰਦ ਨਿਵਾਰ ਠਾਕੁਰ, ਰਾਖੈ ਜਨ ਕੀ ਆਪ। ਤਾਰਨ ਤਾਰਨ ਹਾਰ ਨਿਧ, ਦੁਖ ਨ ਸਕੈ ਵਿਆਪ। ਸਾਧੂ ਸੰਗ ਭਜਹੁ ਗੋਪਾਲ, ਆਨ ਸੰਜਮ ਕਿਛ ਨਾ ਸੂਝੈ। ਇਹ ਜਤਨ ਕਾਟ ਕਲ ਕਾਲ, ਰਹਾਉ ਆਦਿ ਅੰਤ ਦਇਆਲ ਪੂਰਨ। ਤਿਸ ਬਿਨਾ ਨਹੀਂ ਕੋਇ, ਜਨਮ ਮਰਨ ਨਿਵਾਰ ਹਰਿ ਜਪ। ਸਿਮਰ ਸੁਆਮੀ ਸੋਇ, ਵੇਦ ਸਿਮਰਤ ਕਥੈ ਸਾਸਤ। ਭਗਤ ਕਰਹਿ ਵੀਚਾਰ, ਮੁਕਤ ਪਾਈਐ ਸਾਧ ਸੰਗਤ। ਬਿਨ ਸਜਾਏ ਅੰਧਾਰ, ਚਰਨ ਕਮਲ ਆਧਾਰ ਜਨ ਕਾ। ਰਾਸ ਪੂੰਜੀ ਏਕ, ਤਾਣ ਮਾਨ ਦੀਵਾਨ ਸਾਚਾ। ਨਾਨਕ ਕੀ ਪ੍ਰਭ ਟੇਕ, ਚਰਨ ਕਮਲ ਆਧਾਰ ਜਨ ਕਾ। ਰਾਸ ਪੂੰਜੀ ਏਕ, ਤਾਣ ਮਾਨ ਦੀਵਾਨ ਸਾਚਾ। ਨਾਨਕ ਕੀ ਪ੍ਰਭ ਟੇਕ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਪਿਆਰੀ ਗੁਰੂ ਰੂਪ ਖਾਲਸਾ ਸਾਧ ਸੰਗਤ, ਸਤਿਗੁਰੂ ਦੀ ਮਹਾਨ ਕਿਰਪਾ,
ਸਤਿਗੁਰੂ ਦੀ ਮਹਾਨ ਬਖਸ਼ਿਸ਼ ਨਾਲ ਅੰਮ੍ਰਿਤ ਵੇਲੇ ਤੋਂ ਸੰਗਤ ਗੁਰੂ ਦੇ ਦਰਸ਼ਨ ਕਰ ਰਹੀ ਹੈ। ਗੁਰੂ ਦੀ ਬਾਣੀ, ਸਤਿਗੁਰਾਂ ਦੀ ਪਵਿੱਤਰ ਬਾਣੀ ਦੇ ਪਾਠ ਹੋ ਰਹੇ ਹਨ। ਸਿੱਖ ਸੰਗਤਾਂ ਬਾਣੀ ਦੇ ਪਾਠ ਵੀ ਸੁਣਦੀਆਂ ਨੇ, ਸੇਵਾ ਵੀ ਕਰਦੀਆਂ ਹਨ। ਜੋ ਵੀ ਸੇਵਾ ਕਰਦੇ ਹੈ, ਪਾਠ ਕਰਦੇ ਹੈ, ਸੁਣਦੇ ਹੈ, ਸਿਮਰਨ ਕਰਦੇ ਹੈ, ਉਹਨਾਂ ਦੇ ਉੱਤਮ ਭਾਗ, ਚੰਗੇ ਕਰਮ ਹੈ, ਵੱਡੇ ਭਾਗਾਂ ਵਾਲੇ ਹੈ। ਜਿਹੜੀਆਂ ਸਿੱਖ ਸੰਗਤਾਂ ਪਿਆਰ ਨਾਲ ਬਾਣੀ ਪੜ੍ਹਨਾ, ਪਿਆਰ ਨਾਲ ਸੇਵਾ ਕਰਨੀ, ਸਿਮਰਨ ਕਰਨਾ, ਆਪਣਾ ਤਨ ਮਨ ਧਨ ਸਫਲ ਕਰਨਾ, ਇਹ ਚੰਗੇ ਕਰਮਾਂ ਤੋਂ ਬਿਨਾਂ, ਵੱਡੇ ਭਾਗਾਂ ਤੋਂ ਬਿਨਾਂ ਕਦੇ ਵੀ ਹੁੰਦਾ ਨਹੀਂ। ਸਭ ਤੋਂ ਚੰਗੇ ਕਰਮ, ਵਧੀਆ ਕਰਮ ਕਦੋਂ ਹੁੰਦੇ ਹੈ? ਜਦੋਂ ਮਨੁੱਖ ਜਿਹੜਾ ਮਾਈ ਭਾਈ ਗੁਰੂ ਦੀ ਕਿਰਪਾ ਨਾਲ ਗੁਰੂ ਦੀ ਬਾਣੀ ਸੁਣਦਾ ਹੈ, ਗੁਰੂ ਦੇ ਚਰਨਾਂ ਵਿੱਚ ਬਹਿ ਕੇ ਬਾਣੀ ਸੁਣਨੀ, ਸੇਵਾ ਕਰਨੀ, ਗੁਰੂ ਦੇ ਚਰਨਾਂ 'ਚ ਝਾੜੂ ਲਾਉਣਾ, ਪੋਚਾ ਲਾਉਣਾ, ਸੇਵਾ ਕਰਨੀ, ਇਹ ਬੜੇ ਚੰਗੇ ਭਾਗਾਂ ਦੀ ਨਿਸ਼ਾਨੀ ਹੁੰਦੀ ਹੈ। ਇਸ ਲਈ ਪਿਆਰਿਓ, ਆਪ ਸਿੱਖ ਸੰਗਤਾਂ ਜੋ ਵੀ ਸੇਵਾ ਕਰਦੇ ਹੈ, ਬਾਣੀ ਪੜ੍ਹਦੇ ਹੈ, ਬਾਣੀ ਸੁਣਦੇ ਹੈ, ਬਹੁਤ ਚੰਗੀ ਗੱਲ ਹੈ। ਵਾਹਿਗੁਰੂ ਕਿਰਪਾ ਕਰੇ ਆਪਣੀਆਂ ਸੰਗਤਾਂ ਨੂੰ ਬਾਣੀ ਦਾ, ਸਿਮਰਨ ਦਾ, ਸੇਵਾ ਦਾ ਬਲ ਉਦਮ ਬਖਸ਼ੇ। ਜਿਹੜੀ ਸੇਵਾ ਹੈ, ਸਿਮਰਨ ਹੈ, ਇਹ ਮਨੁੱਖ ਨੂੰ ਅਨੇਕਾਂ ਕਸ਼ਟਾਂ ਤੋਂ, ਅਨੇਕਾਂ ਔਂਕੜਾਂ ਤੋਂ ਸੇਵਾ ਅਤੇ ਸਿਮਰਨ ਬਚਾ ਕੇ ਰੱਖਦਾ ਹੈ। ਇਸ ਲਈ ਉਹ ਵੀ ਸੰਗਤਾਂ ਵੱਡੇ ਭਾਗਾਂ ਵਾਲੀਆਂ, ਭਾਵੇਂ ਉਹ ਗੁਰੂ ਘਰ ਨਹੀਂ ਆਉਂਦੇ, ਪਰ ਮੰਜੇ 'ਤੇ ਪਏ ਬਾਣੀ ਸੁਣਦੇ ਆ, ਜਾਂ ਕੰਮ ਕਰਦੇ ਬਾਣੀ ਸੁਣਦੇ, ਆਪਣੇ ਘਰਾਂ ਵਿੱਚ ਕਾਰਜ ਕਰਦੇ ਬਾਣੀ ਸੁਣਦੇ। ਸਾਡਾ ਭਲਾ ਬਾਣੀ ਨੇ ਕਰਨਾ, ਸਾਡਾ ਭਲਾ ਔਰ ਗੁਰੂ ਦੀ ਬਾਣੀ ਦੀ ਵਿਚਾਰ ਨੇ ਕਰਨਾ। ਜਦੋਂ ਅਸੀਂ ਬਾਣੀ ਦੀ ਵਿਚਾਰ ਸੁਣਾਂਗੇ, ਬਾਣੀ ਸੁਣਾਂਗੇ, ਜਦੋਂ ਕਦੇ ਸਮਾਂ ਨਿਕਲਦਾ ਉਦੋਂ ਸੇਵਾ ਕਰਾਂਗੇ। ਇਹ ਇੱਕ ਗੁਰੂ ਦੀ ਬਖਸ਼ਿਸ਼, ਕਿਰਪਾ ਹੁੰਦੀ ਹੈ। ਜਿਹੜੇ ਨਾ ਤਾਂ ਗੁਰੂ ਘਰ ਸੇਵਾ ਕਰਦੇ ਹੈ, ਨਾ ਬਾਣੀ ਪੜ੍ਹਦੇ ਹੈ, ਨਾ ਬਾਣੀ ਸੁਣਦੇ ਹੈ, ਨਾ ਉਹ ਘਰਾਂ ਵਿੱਚ ਹੀ ਆਪਣੇ ਬਾਣੀ ਪੜ੍ਹਦੇ ਹੈ, ਨਾ ਬਾਣੀ ਸੁਣਦੇ ਹੈ, ਔਰ ਫਿਰ ਉਹਨਾਂ ਦਾ ਭਲਾ ਨਹੀਂ ਕੋਈ ਕਰ ਸਕਦਾ, ਕਿਉਂਕਿ ਇੱਕੋ ਇੱਕ ਦਰ ਹੈ, ਮੰਦਰ, ਮਸੀਤ, ਗੁਰਦੁਆਰਾ ਸਾਹਿਬ, ਜਿੱਥੋਂ ਬੰਦਾ ਆਪਣਾ ਭਲਾ ਵੀ ਕਰ ਸਕਦਾ ਹੈ,
खुशियाँ भी प्राप्त कर सकता है। अनेकां वस्तुआं हन, दातां हन गुरु दीआं, जिन्हां दातां नूं गुरु दे दर तो प्राप्त कर सकदा है। जे इत्थों प्राप्त नहीं कर सकता मनुख, फिर दुनिया ते ऐसा कोई भी दर नहीं हैगा जिथों मनुख अपनियां इच्छा अपनियां भावना पूरियां कर ले। इसलिए आया करो, बाणी पढ़िया करो, आया करो मत्था टेक के 10 मिनट गुरु के चरणों में बैठा करो, आया करो सेवा करिया करो, क्योंकि यही दर है जिहड़ा सानूं बचा सकता है। यही दर है जिहड़ा जन्मां जन्मांतरां तो साडी रखिया कर सकता है। यही दर है जिथे असीं शांति लै सकते, आत्मक शांति। कोई भी बंदा ये नहीं चाहता होवेगा कि मैनूं शांति ना मिले, मैनूं दुख मिल, मैनूं भड़कना लगी रहे, ये कोई भी नहीं चाहता। तो शांति कोई खंड की पुड़ी नहीं हैगी भी तुसीं दुकान तो लै लोगे जाके। शांति इक्को एक शक्ति है जिहड़ी गुरु दे दर तो मिल सकती, सूक्ष्म रूप है। आपां ने विचार कीती है कि गुरु ही दुखां कलेसां पापां कष्टां दा विघ्नां दा नाश करदा है। जे गुरु पापां दा कष्टां दा विघ्नां दा आदि दा व्याधि दा उपाधि दा नाश करदा है, तो ये भी ध्यान रखना कि वह शांति दिंदा है। शांति केवल गुरु दे दर तो मिल सकती है, नहीं तो बंदा काम करके, क्रोध करके, लोभ करके, मोह करके, अहंकार करके, निंदिया करके, ईर्खा करके, तृष्णा करके, पता नहीं किन्ने ऐसे विकार हैं जिन्हां करके बंदा उलझिया फिरदा है, हौमे करके उलझिया फिरदा है। और पातशाह जी कहते तैनूं इक्को एक नाम है जिहड़ा बचा सकदा है, इक्को एक सेवा है जिहड़ा जिहड़ी सेवा रखिया कर सकदी है। इसलिए असीं सेवा करके, बाणी पढ़ सुन के हौमे तो अहंकार तो बचना है कि ऐ मालिक किरपा करी कीती हुई सेवा का मान ना होवे। ऐ मेरे वाहिगुरू मेरे ते इन्नी क किरपा करी सुनी हुई बाणी पढ़ी हुई बाणी का अहंकार ना हो। सतगुरु सच्चे पातशाह किरपा करियो साडी आप जी दे कीती हुई सेवा साडी हंकार करके निसफल ना चली जाए, क्योंकि सेवा करदियां बाणी पढ़दियां बाणी सुनदियां जे किते बंदा हंकार तो निंदिया तो ईर्खा तो बच रहे तो कोई भी शक्ति नहीं दुनिया विच जिहड़ी तुहानूं सानूं डोब दे। असीं तर जांगे कदों जदों असीं ये सब कुछ बाणी पढ़दे बाणी सुनदे सेवा करदे सिमरन करदे उहदे आनंद विच रहे कि हौमे अहंकार तो बच रहे। हौमे अहंकार तो बचना मनुख लई जरूरी है ते ये दो तरीकिਆਂ नाल बचिया जा सकता है। एक तो गुरु की बख्शिश गुरु की कृपा मेहर हो
ਉਹਦੀ ਮਿਹਰ ਹੋ ਜੇ, ਜਦੋਂ ਕਿਰਪਾ ਹੋ ਜਾਏ, ਫਿਰ ਉਦੋਂ ਬਚਿਆ ਜਾਂਦਾ, ਕਿਉਂਕਿ ਉਹ ਮਾਲਕ ਬਖਸ਼ਿਸ਼ ਹੀ ਐਸੀ ਕਰਦਾ ਹੈ, ਉਹ ਹੰਕਾਰ ਵਿੱਚ ਆਉਣ ਹੀ ਨਹੀਂ ਦਿੰਦਾ। ਜੇ ਕਦੇ ਆਉਂਦਾ ਮਾੜਾ ਮੋਟਾ ਸੂਖਸ਼ਮ ਰੂਪ ਵਿੱਚ, ਤਾਂ ਫਿਰ ਕੋਈ ਨਾ ਕੋਈ ਉਹ ਕਾਰਨਾਮਾ ਕੋਈ ਵਰਤਾ ਦਿੰਦਾ, ਫਿਰ ਬੰਦਾ ਪਿੱਛੇ ਹਟ ਜਾਂਦਾ। ਅਤੇ ਜਾਂ ਫਿਰ ਗੁਰੂ ਦੇ ਚਰਨਾਂ ਵਿੱਚ ਅਰਦਾਸ ਕਰੇ ਕਿ ਮਾਲਕ ਜਿਸ ਅੱਗੇ ਜ਼ੋਰ ਨਾ ਚੱਲੇ, ਖਲੇ ਕੀਚੈ ਅਰਦਾਸ। ਗੁਰੂ ਦੇ ਚਰਨਾਂ ਵਿੱਚ ਅਰਦਾਸ ਕਰੇ ਕਿ ਮਾਲਕ ਮੈਂ ਕੌਣ ਹਾਂ ਬਚਣ ਵਾਲਾ, ਮੈਂ ਕੌਣ ਹਾਂ ਕਿ ਇਹਨਾਂ ਤੋਂ ਮੈਂ ਬਚ ਰਵਾਂ। ਪਰ ਹਾਂ, ਇੱਕ ਗੱਲ ਜ਼ਰੂਰ ਹੈ ਕਿ ਮਾਲਕ ਤੇਰੇ ਚਰਨਾਂ ਵਿੱਚ ਕੀਤੀ ਅਰਦਾਸ ਜ਼ਰੂਰ ਪ੍ਰਵਾਨ ਹੁੰਦੀ ਹੈ। ਤੇਰੇ ਚਰਨਾਂ ਵਿੱਚ ਅਰਦਾਸ ਹੈ ਕਿ ਸੱਚੇ ਪਾਤਸ਼ਾਹ ਮੈਂ ਨਹੀਂ ਕੁਝ ਵੀ ਹੈਗਾ ਕਿ ਮੈਂ ਕਾਮ ਤੋਂ ਬਚ ਰਵਾਂ, ਕ੍ਰੋਧ ਤੋਂ ਬਚ ਰਵਾਂ, ਲੋਭ ਤੋਂ ਬਚ ਰਵਾਂ, ਹਉਮੈ ਅਹੰਕਾਰ ਤੋਂ ਬਚ ਰਵਾਂ, ਨਿੰਦਿਆ ਤੋਂ ਬਚ ਰਵਾਂ, ਈਰਖਾ ਤੋਂ ਬਚ ਰਵਾਂ, ਤ੍ਰਿਸ਼ਨਾ ਤੋਂ ਬਚ ਰਵਾਂ। ਮੇਰੇ ਵਿੱਚ ਕੋਈ ਤਾਕਤ ਨਹੀਂ ਹੈਗੀ। ਸਭ ਤੋਂ ਵੱਡੀ ਤਾਕਤ ਹੈ ਗੁਰੂ ਮਾਲਕ ਤੂੰ ਬਚਾ। ਜਦੋਂ ਹਰ ਵਕਤ ਅਸੀਂ ਗੁਰੂ ਦੇ ਚਰਨਾਂ ਵਿੱਚ ਬੇਨਤੀ ਕਰਾਂਗੇ, ਅਰਜ਼ ਕਰਾਂਗੇ, ਤਾਂ ਇੱਕ ਨਾ ਇੱਕ ਦਿਨ ਉਹ ਜ਼ਰੂਰ ਸੁਣੇਗਾ। ਅਤੇ ਜਿੱਦਾਂ ਸੁਣ ਲਈ ਉਦੋਂ ਹੀ ਗੁਰੂ ਦੀ ਕਿਰਪਾ ਬਖਸ਼ਿਸ਼। ਇਹ ਦੋ ਹੀ ਢੰਗ ਹੈ, ਤੀਜਾ ਹੋਰ ਨਹੀਂ। ਇਹਦੇ ਵਿੱਚ ਬਾਣੀ ਪੜ੍ਹਨੀ, ਸੇਵਾ ਕਰਨੀ, ਸਭ ਕੁਝ ਹੀ ਆ ਜਾਂਦਾ ਅਰਦਾਸ ਵਿੱਚ। ਇਸੇ ਕਰਕੇ ਆਪਾਂ ਹਰ ਵਕਤ ਸਾਨੂੰ ਸਾਡੇ ਗੁਰੂਆਂ ਨੇ ਅਰਦਾਸ ਦਿੱਤੀ ਹੈ ਕਿ ਭਾਈ ਜਦੋਂ ਤੂੰ ਕਿਸੇ ਮੁਸੀਬਤ ਵਿੱਚ ਹੋਵੇਂ, ਦੁੱਖ ਵਿੱਚ ਹੋਵੇਂ, ਕਸ਼ਟ ਵਿੱਚ ਹੋਵੇਂ, ਉਦੋਂ ਤੂੰ ਗੁਰੂ ਦੇ ਚਰਨਾਂ ਵਿੱਚ ਅਰਦਾਸ ਕਰੀਂ। ਜਦੋਂ ਤੂੰ ਗੁਰੂ ਦੇ ਚਰਨਾਂ ਵਿੱਚ ਅਰਦਾਸ ਕਰੇਂਗਾ ਤਾਂ ਤੂੰ ਬਚ ਰਹੇਂਗਾ, ਤੇਰੇ 'ਤੇ ਵਾਹਿਗੁਰੂ ਦੀ ਕਿਰਪਾ ਹੋ ਜਾਏ। ਧਨਾਸਰੀ ਰਾਗ ਦੇ ਵਿੱਚ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਉਚਾਰਨ ਕਰਕੇ ਸਮਝਾਉਂਦੇ ਹਨ। ਸਾਰੀਆਂ ਸੰਗਤਾਂ ਪਿਆਰਿਓ, ਕੋਈ ਸੈਰ ਕਰਦਾ ਫਿਰਦਾ ਹੈ, ਕੋਈ ਗੁਰੂ ਦੇ ਚਰਨਾਂ ਵਿੱਚ ਬੈਠਾ ਹੈ, ਕੋਈ ਸੇਵਾ ਕਰਦਾ ਹੈ, ਕੋਈ ਘਰਾਂ ਵਿੱਚ ਆਪਣੇ ਕੰਮ ਕਰਦਾ ਹੈ। ਧਿਆਨ ਰੂਪੀ ਹਾਜ਼ਰੀ ਸਾਰੀ ਸੰਗਤ ਲਵਾਇਆ ਕਰ। ਧਿਆਨ ਨਾਲ ਬਾਣੀ ਜ਼ਰੂਰ ਸੁਣੋ ਕਿ ਸਾਨੂੰ ਗੁਰੂ ਪਾਤਸ਼ਾਹ ਜੀ ਇਹ ਨਹੀਂ ਸਮਝਣਾ ਆਪਾਂ ਕਿ ਕੋਈ ਬਾਬਾ ਜਸਵਿੰਦਰ ਸੁਣਾ ਰਿਹਾ ਹੈ। ਇਹ ਬਾਬਾ ਜਸਵਿੰਦਰ ਨਹੀਂ, ਇਹ ਗੁਰੂ ਸਾਨੂੰ ਮੇਰੇ 'ਤੇ ਵੀ, ਤੁਹਾਡੇ 'ਤੇ ਵੀ, ਸਾਰਿਆਂ 'ਤੇ ਗੁਰੂ ਕਿਰਪਾ ਕਰ ਰਿਹਾ ਹੈ, ਸਾਨੂੰ ਆਪ ਬਾਣੀ ਸੁਣਾ ਰਹੇ ਹੈ। ਅਤੇ ਜਦੋਂ ਅਸੀਂ ਇਹ ਸਮਝ ਕੇ ਬਾਣੀ ਸੁਣਾਂਗੇ ਕਿ ਸਾਨੂੰ ਗੁਰੂ ਆਪ ਸੁਣਾ ਰਹੇ ਹੈ, ਅਸੀਂ ਸਾਰੇ ਸੁਣ ਰਹੇ ਹਾਂ। ਮੈਂ ਵੀ ਇਹੀ ਅਰਦਾਸ ਕਰਦਾ ਗੁਰੂ ਚਰਨਾਂ ਵਿੱਚ ਆ ਕੇ, ਸੱਚੇ ਪਾਤਸ਼ਾਹ ਤੇਰੇ ਚਰਨਾਂ ਵਿੱਚ ਅਸੀਂ ਬਾਣੀ ਸੁਣਨ ਆਏ, ਤੇਰੇ ਚਰਨਾਂ ਵਿੱਚ ਅਸੀਂ ਬਾਣੀ ਸੁਣਨ ਆਏ ਹਾਂ, ਕਿਰਪਾ ਕਰੀ ਤੇਰੀ ਬਾਣੀ ਸੁਣ ਲਈ, ਕਿਉਂਕਿ ਸੁਣ ਕੇ ਭਲਾ ਹੋਣਾ, ਪੜ੍ਹ ਕੇ ਨਹੀਂ ਭਲਾ ਹੋਣਾ। ਜੇ ਪੜ੍ਹ ਕੇ ਭਲਾ ਹੁੰਦਾ ਤਾਂ ਇੱਕ ਗੱਲ ਪੱਕੀ ਹੈ ਕਿ ਫਿਰ ਮਹਾਰਾਜ ਸੱਚੇ ਪਾਤਸ਼ਾਹ ਇਹ ਨਾ ਕਹਿੰਦੇ ਕਿ ਪੜ੍ਹ ਪੜ੍ਹ ਗੱਡੀ ਲੱਦੀ ਹੈ, ਪੜ੍ਹ ਪੜ੍ਹ ਭਰੀਏ ਸਾਥ। ਫਿਰ ਨਾ ਇਹ ਨਾ ਕਹਿੰਦੇ। ਪਾਤਸ਼ਾਹ ਜੀ ਨੇ ਕੀ ਕਿਹਾ? ਪੜ੍ਹ ਕੇ ਭਲਾ ਨਹੀਂ ਹੋਣਾ, ਸੁਣ ਕੇ ਭਲਾ ਹੋਣਾ। ਇਸ ਲਈ ਪਿਆਰਿਓ ਸੁਣਨਾ ਚੰਗਾ। ਇਸ ਲਈ ਤੁਸੀਂ ਕਦੇ ਇੱਕ ਗੱਲ ਦੇਖੀ ਹੋਵੇਗੀ ਜਾਂ ਦੇਖ ਲਓਗੇ, ਜਿਹੜੇ ਸਤਿਪੁਰਸ਼ ਹੁੰਦੇ ਆ ਨਾ, ਜਿਹਨੂੰ ਅਸੀਂ ਮਹਾਂਪੁਰਖ, ਸਾਧੂ, ਸੰਤ, ਮਹਾਤਮਾ ਕਹਿੰਦੇ ਹਾਂ, ਉਹ ਦੁਨਿਆਵੀ ਗੱਲਾਂ ਬਹੁਤ ਘੱਟ ਕਰਦੇ। ਉਹ ਜਿੰਨਾ ਕੁ ਬੋਲਦੇ ਆ ਬਾਣੀ, ਨਾਮ, ਸੇਵਾ, ਸਿਮਰਨ ਬੋਲਦੇ।
ਉਹ ਜਿਹੜਾ ਬੋਲਿਆ ਹੋਇਆ ਨਾਮ ਹੈ, ਬਾਣੀ ਹੈ, ਸੇਵਾ ਸਿਮਰਨ ਦੇ ਬਚਨ ਹੈ, ਉਹ ਇਕੱਲਾ ਇਹ ਨਹੀਂ ਕਿ ਦੂਜੇ ਨੂੰ ਸੁਣਾਉਣ ਵਾਸਤੇ, ਨਹੀਂ, ਉਹ ਆਪ ਵੀ ਸੁਣਦੇ ਆ। ਇਸ ਲਈ ਸੁਣਿਆ ਕਰੋ, ਜਪਿਆ ਕਰੋ ਨਾਮ, ਸੇਵਾ ਸਿਮਰਨ, ਤੇ ਸਾਡਾ ਪਾਰ ਉਤਾਰਾ ਹੋ ਜਾਏ। ਜਿੱਥੇ ਅਸੀਂ ਬੱਚੇ ਪਾਲਦੇ ਹਾਂ ਘਰਾਂ ਵਿੱਚ, ਪਾਤਸ਼ਾਹ ਜੀ ਕਹਿੰਦੇ ਬੱਚੇ ਪਾਲਣੇ ਜ਼ਰੂਰੀ ਹੈ। ਬੱਚੇ ਪਾਲਣਾ ਕੋਈ ਪਾਪ ਨਹੀਂ ਹੈਗਾ, ਕੋਈ ਗੁਨਾਹ ਨਹੀਂ ਹੈਗਾ। ਪਰਿਵਾਰਾਂ ਨੂੰ, ਘਰਾਂ ਨੂੰ ਚਲਾਉਣਾ ਕੋਈ ਗੁਨਾਹ ਨਹੀਂ ਹੈਗਾ, ਮਾੜੀ ਗੱਲ ਨਹੀਂ ਹੈ। ਬੱਚੇ ਤਾਂ ਆਪਣੇ ਪਸ਼ੂ ਪੰਛੀ ਵੀ ਪਾਲਦੇ ਹੈ। ਇੱਕ ਚਿੜੀ ਆਪਣੇ ਬੱਚੇ ਨੂੰ ਚੋਗਾ ਚੁਗ ਕੇ ਦੇ ਰਹੀ ਹੈ। ਇੱਕ ਹਰ ਜੂਨ ਆਪਣੇ ਬੱਚੇ ਨੂੰ ਚੋਗਾ ਚੁਗ ਕੇ ਦੇ ਰਹੇ ਹੈ। ਜੇ ਪਸ਼ੂ ਪੰਛੀ ਆਪਣੇ ਬੱਚਿਆਂ ਨੂੰ ਚੋਗਾ ਚੁਗ ਕੇ ਦਿੰਦੇ ਹੈ ਤਾਂ ਬੰਦਿਆ, ਤੈਨੂੰ ਤਾਂ ਬੜੀ ਸਮਝ ਹੈ, ਤੈਨੂੰ ਤਾਂ ਗਿਆਨ ਹੈ, ਤੇ ਤੂੰ ਕਿਉਂ ਨਾ ਦੇਵੇਂ? ਆਪਣੇ ਬੱਚਿਆਂ ਨੂੰ ਕਿਉਂ ਨਾ ਪਾਲੇ? ਆਪਣੇ ਬੱਚਿਆਂ ਨੂੰ ਕਿਉਂ ਨਾ ਪੜ੍ਹਾਵੇ ਬੰਦਾ? ਆਪਣੇ ਬੱਚਿਆਂ ਨੂੰ ਸੋਝੀ ਕਿਉਂ ਨਾ ਦੇਊਗਾ? ਤੇ ਜੇ ਮਨੁੱਖ ਤੌਰ 'ਤੇ ਮਨੁੱਖ ਆਪਣੇ ਬੱਚਿਆਂ ਦੀ ਪਾਲਣਾ ਕਰਦਾ ਤੇ ਅਸੀਂ ਗੁਰੂ ਦੇ ਬੱਚੇ ਹਾਂ, ਤੇ ਗੁਰੂ ਸਾਡੀ ਪਾਲਣਾ ਨਹੀਂ ਕਰੂਗਾ? ਅਸੀਂ ਸਾਰੇ ਗੁਰੂ ਦੇ ਬੱਚੇ ਹਾਂ। ਪਾਤਸ਼ਾਹ ਜੀ ਬਾਣੀ ਵਿੱਚ ਕਹਿੰਦੇ ਆ ਅਸੀਂ ਰੱਬ ਦੇ ਬੱਚੇ ਹਾਂ। ਕੌਣ ਕੀ ਕਹਿੰਦੇ ਆ? ਏਕ ਪਿਤਾ ਏਕ ਸਕੇ ਹਾਰਕ। ਅਸੀਂ ਬੱਚੇ ਹਾਂ, ਸਾਡਾ ਇੱਕ ਪਿਤਾ ਹੈ। ਉਹ ਇੱਕ ਪਿਤਾ ਹੈ ਨਾ ਜਿਹੜਾ ਸਾਡਾ, ਉਹੀ ਸਾਡੇ ਵਿੱਚ ਬੋਲ ਰਿਹਾ ਹੈ, ਉਹੀ ਸਾਡੇ ਵਿੱਚ ਸੁਣਦੇ ਹੈ, ਉਹੀ ਸਾਡੇ ਵਿੱਚ ਚੱਲ ਰਿਹਾ ਹੈ, ਉਹੀ ਸਾਡੇ ਵਿੱਚ ਦੇਖ ਰਿਹਾ ਹੈ, ਉਹੀ ਕੰਮ ਕਰ ਰਿਹਾ। ਬਸ ਸਿਰਫ ਸਮਝਣ ਦੀ ਲੋੜ ਹੈ ਕਿ ਮਾਲਕ ਇਹ ਸਭ ਕੁਝ ਤੂੰ ਕਰਦਾ, ਮੇਰਾ ਮੁਝ ਮੈਂ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ, ਤੇਰਾ ਤੁਝ ਕੋ ਸੌਂਪਤੇ ਕਿ ਅਲੱਗ ਹੈ ਮੇਰਾ। ਇਸ ਲਈ ਪਿਆਰੇ, ਧਨਾਸਰੀ ਰਾਗ ਦੇ ਵਿੱਚ ਪੰਜਵੇਂ ਪਾਤਸ਼ਾਹ ਜੀ 675 ਅੰਗ 'ਤੇ ਇੱਕ ਸ਼ਬਦ ਉਚਾਰਨ ਕਰਦੇ ਆ, ਹੁਕਮਨਾਮਾ। ਹੁਕਮਨਾਮੇ ਦੇ ਵਿੱਚ ਕੀ ਕਹਿੰਦੇ ਹਨ? ਧਨਾਸਰੀ ਮਹੱਲਾ ਪੰਜਵਾ। ਦੀਨ ਦਰਦ ਨਿਵਾਰ ਠਾਕੁਰ, ਰਾਖੈ ਜਨ ਕੀ ਆਪ। ਪੰਜਵੇਂ ਪਾਤਸ਼ਾਹ ਸਾਨੂੰ ਸਿੱਖਿਆ ਦਿੰਦੇ ਹਨ ਕਿ ਜਿਹੜਾ ਠਾਕੁਰ ਮਾਲਕ ਵਾਹਿਗੁਰੂ ਪਰਮੇਸ਼ਰ ਹੈ ਨਾ, ਉਹ ਦੀਨ ਦਰਦ, ਦੁਖੀਆਂ ਦਾ ਦਰਦ ਵੰਡਾਉਣ ਵਾਲਾ ਹੈ। ਇੱਕ ਗੱਲ ਧਿਆਨ ਵਿੱਚ ਰੱਖਣਾ, ਦੁਖੀ ਬੰਦਾ ਹੋਵੇ ਨਾ, ਉਹਦੀ ਕੋਈ ਨਹੀਂ ਸੁਣਦਾ। ਤੁਸੀਂ ਦੇਖ ਲਓ, ਤੁਹਾਡੇ ਕੋਲੇ ਸੁੱਖ ਹੋਣ, ਹਰ ਬੰਦਾ ਆ ਕੇ ਹੱਥ ਮਿਲਾਉਂਦਾ, ਬਾਈ ਠੀਕ ਹੈ, ਭਾਈ ਠੀਕ ਹੈ। ਤੁਹਾਡੇ ਕੋਲੇ, ਸਾਡੇ ਕੋਲੇ ਦੁੱਖ ਹੋਣ, ਕੋਈ ਨਹੀਂ ਬੰਦਾ ਆਉਂਦਾ। ਅਗਲਾ ਕਹਿੰਦਾ ਯਾਰ ਜਾਵਾਂਗੇ, ਕੋਈ ਮਾਇਆ ਮੰਗੂਗਾ, ਜਾਵਾਂਗੇ ਕਿਤੇ ਇਹ ਨਾ ਕਹਦੇ ਵੀ ਮੇਰੀ ਤੂੰ ਕੱਪੜੇ ਲਹਾ ਕੇ ਇਸ਼ਨਾਨ ਕਰਾ ਦੇ, ਜਾਵਾਂਗੇ ਕਿਤੇ ਇਹ ਨਾ ਕਹਦੇ ਮੈਨੂੰ ਯਾਰ ਤੂੰ ਬਾਥਰੂਮ ਕਰਾ ਦੇ। ਛੱਡ ਖਹਿੜਾ, ਰਿਸ਼ਤੇਦਾਰ ਭੈਣ ਭਾਈ ਸਭ ਪਾਸਾ ਵੱਟ ਜਾਂਦੇ। ਜਿੰਨਾ ਕੁ ਆਉਂਦੇ ਆ ਨਾ, ਉਹ ਵੀ ਲੋਕ ਲੱਜ ਕਰਕੇ ਆਉਂਦੇ ਵੀ ਜੇ ਨਾ ਗਏ ਤਾਂ ਕਿਤੇ ਰਿਸ਼ਤੇਦਾਰ ਭੈਣ ਭਾਈ ਪਿੰਡ ਵਾਲੇ ਨਾ ਕਹਿ ਦੇਣ ਵੀ ਯਾਰ ਫਲਾਨਾ, ਬਸ ਉਹ ਵੀ ਤਿਉਲਾ ਪੂਰਦੇ, ਪਰ ਵਿੱਚੋਂ ਨਹੀਂ। ਇੱਕੋ ਇੱਕ ਗੁਰੂ ਹੈ, ਇੱਕੋ ਇੱਕ ਮਾਲਕ ਹੈ ਜਿਹੜਾ ਸਾਡੇ ਦੁੱਖ ਵਿੱਚ ਵੀ ਖੜਦਾ ਹੈ। ਇੱਕੋ ਇੱਕ ਪਰਮਾਤਮਾ ਹੈ ਜਿਹੜਾ ਦੁੱਖ ਪਰਮਾਤਮਾ ਵੰਡਾ ਦੇਗਾ ਸਾਡੇ ਨਾਲ। ਦੁਨੀਆ ਦਾ ਕੋਈ ਵੀ ਮਨੁੱਖ ਭਾਈ ਨਹੀਂ ਹੈਗਾ, ਭੈਣ ਭਾਈ ਨਹੀਂ ਹੈਗਾ ਜਿਹੜਾ ਸਾਡੇ ਨਾਲ ਦੁੱਖ ਸਾਂਝਾ ਕਰ ਲੇ, ਜਿਹੜਾ ਸਾਡਾ ਦੁੱਖ ਘਟਾ ਦੇਵੇ, ਵੰਡਾ ਲਵੇ, ਨਹੀਂ ਹੈਗਾ।
ਛੱਡ ਜਾਂਦੇ ਆ। ਪਾਤਸ਼ਾਹ ਜੀ ਕਹਿੰਦੇ ਹਨ, ਸੁਖ ਮੈਂ ਆਨ ਬਹੁਤ ਮਿਲ ਬੈਠਤ, ਰਹਿਤ ਚਹੂੰ ਦਿਸ ਘੇਰੈ, ਬਿਪਤ ਭਰੀ ਸਭ ਹੀ ਸੰਗ ਛਾੜਤ, ਕੋ ਨਾ ਆਵਤ ਨੇਰੈ। ਕਿਸੇ ਦਾ ਨੁਕਸਾਨ ਹੋ ਜਾਏ, ਬੰਦਾ ਉੱਤਰੋਂ ਤਾਂ ਪੁੱਛ ਆਉਂਦਾ, ਬਾਈ ਕੀ ਹੋ ਗਿਆ, ਕਿਉਂ ਹੋ ਗਿਆ। ਪਰ ਕਿਸੇ ਨੇ ਇਹ ਆਖਿਆ ਵੀ ਤੇਰਾ ਨੁਕਸਾਨ ਹੋ ਗਿਆ, ਮੈਂ ਪੂਰਾ ਕਰ ਦੂੰਗਾ ਜਾਂ ਤੇਰੇ ਨਾਲ ਖੜ ਜੂੰਗਾ, ਕੋਈ ਗੱਲ ਨਹੀਂ, ਅਸੀਂ 5-4 ਘਰ ਰਲ ਕੇ ਤੇਰਾ ਨੁਕਸਾਨ ਭਰ ਦਾਂਗੇ ਤੇ ਪੂਰਾ ਕਰ ਦਾਂਗੇ। ਸਮਾਂ ਦੀ ਗੱਲਾਂ ਕਰਦੇ ਆ ਵੀ ਨਹੀਂ ਜੀ, ਇਹਦੀਆਂ ਕਰਤੂਤੀ ਇੱਦਾਂ ਦੀਆਂ ਸੀ, ਇਹ ਘਰੇ ਨਹੀਂ ਵੜਦਾ ਸੀ, ਇਹ ਰਾਖੀ ਨਹੀਂ ਰੱਖਦਾ ਸੀ, ਇਹਦੇ ਤਾਂ ਚੋਰੀ ਹੋ ਗਈ, ਨੁਕਸਾਨ ਹੋ ਗਿਆ। ਨਹੀਂ, ਇੱਕੋ ਇੱਕ ਮਾਲਕ ਹੈ, ਪਰਮਾਤਮਾ ਹੈ, ਜਿਹੜਾ ਸਾਡਾ ਨੁਕਸਾਨ ਵੀ, ਦੁੱਖ ਵੀ, ਕਸ਼ਟ ਵੀ ਕੱਟ ਦਿੰਦਾ ਹੈ, ਖਤਮ ਕਰ ਦਿੰਦਾ। ਪਰ ਧਿਆਨ ਰੱਖਣਾ, ਉਹਦਾ ਨਾਮ ਜਪੀਏ, ਸਿਮਰਨ ਕਰੀਏ, ਬਾਣੀ ਪੜ੍ਹੀਏ, ਬਾਣੀ ਸੁਣੀਏ। ਪਹਿਲੀ ਗੱਲ ਤਾਂ ਨੁਕਸਾਨ ਹੁੰਦਾ ਨਹੀਂ, ਘਾਟਾ ਨਹੀਂ ਪੈਂਦਾ, ਬੁਰਾ ਨਹੀਂ ਹੁੰਦਾ, ਦੁੱਖ ਨਹੀਂ ਮਿਲਦਾ। ਪਰ ਜੇ ਕਿਤੇ ਹੋ ਵੀ ਜਾਵੇ ਤਾਂ ਇੱਕ ਗੱਲ ਪੱਕੀ ਆ ਕਿ ਸਾਡੇ ਵਿੱਚ ਗੁਰੂ ਸ਼ਕਤੀ ਭਰ ਦਿੰਦਾ ਕਿ ਸਾਨੂੰ ਮਹਿਸੂਸ ਨਹੀਂ ਹੋਣ ਦਿੰਦਾ। ਵੱਡੇ ਵੱਡੇ ਘਾਟੇ, ਵੱਡੇ ਵੱਡੇ ਨੁਕਸਾਨ, ਦੁੱਖ, ਕਸ਼ਟ ਉਹ ਕੱਟ ਦਿੰਦਾ, ਭੁਗਤਾ ਦਿੰਦਾ। ਕੀਤੇ ਹੋਏ ਕਰਮ, ਆਪਾਂ ਪਰਸੋਂ ਚੌਥੇ ਵਿਚਾਰ ਕੀਤੀ ਸੀ ਨਾ, ਕੀਤੇ ਹੋਏ ਕਰਮ ਮਨੁੱਖ ਭੋਗਦਾ। ਹਰ ਬੰਦੇ ਨੂੰ ਭੋਗਣੇ ਪੈਂਦੇ ਆ, ਹੈ ਨਾ, ਹਰ ਬੰਦੇ ਨੂੰ ਭੋਗਣੇ ਪੈਂਦੇ ਆ। ਜਦੋਂ ਕੋਈ ਕਰਮ ਕੀਤਾ ਹੋਵੇ, ਬੰਦੇ ਤੇ ਦੁੱਖ ਆ ਗਏ, ਕਸ਼ਟ ਆ ਗਏ, ਬੰਦਾ ਕਰਮ ਭੁਗਤ ਰਿਹਾ ਤੇ ਬੰਦਾ ਰੋ ਵੀ ਰਿਹਾ, ਧਾਹਾਂ ਮਾਰ ਮਾਰ ਕੇ। ਇਕੱਲਾ ਬੈਠ ਕੇ ਵੀ ਕਈ ਵਾਰੀ ਬੰਦਾ ਰੋਂਦਾ ਕਿ ਰੱਬਾ, ਮੇਰਾ ਤਾਂ ਕੋਈ ਕੰਮ ਵੀ ਇੱਦਾਂ ਦਾ ਨਹੀਂ ਹੈਗਾ ਜਿਹੜਾ ਮੈਂ ਮਾੜਾ ਕੀਤਾ ਹੋਵੇ ਕਿਸੇ ਦਾ, ਕਿਸੇ ਨੂੰ ਦੁੱਖ ਦਿੱਤਾ ਹੋਵੇ, ਪਰ ਮੇਰੇ ਤੇ ਕਿਉਂ। ਪਰ ਫਿਰ ਕੀ ਹੁੰਦਾ ਹੈ ਕਿ ਆਮ ਬੰਦਾ ਜਿਹਨੂੰ ਗਿਆਨ ਨਹੀਂ ਹੈ ਕਹਿ ਲਓ, ਜਾਂ ਭਗਤੀ ਨਹੀਂ, ਸੇਵਾ ਨਹੀਂ, ਸਿਮਰਨ ਨਹੀਂ, ਉਹ ਬੰਦਾ ਕੀ ਸੋਚਦਾ ਵੀ ਨਹੀਂ ਯਾਰ, ਇਹ ਤਾਂ ਰੱਬ ਮੈਨੂੰ ਜਾਣ ਕੇ ਕੋਈ ਦੁੱਖ ਦੇ ਰਿਹਾ। ਉਹਦੇ ਕਰਮ ਭੁਗਤਣੇ ਤਾਂ ਪੈਂਦੇ ਆ, ਕੀਤੇ ਹੋਏ ਕਰਮ, ਪਰ ਕਰਮ ਭੁਗਤਣ ਵਿੱਚ ਉਹਨੂੰ ਕਸ਼ਟ ਜ਼ਿਆਦਾ ਆਉਂਦਾ। ਇੱਕ ਭਗਤੀ ਹੈ, ਸੇਵਾ ਹੈ, ਸਿਮਰਨ ਹੈ, ਨਾਮ ਹੈ, ਕਸ਼ਟ ਉਹਨੂੰ ਵੀ ਭੁਗਤਣੇ ਪੈਂਦੇ। ਇਹ ਨਹੀਂ ਹੈ ਕਿ ਉਹਨੇ ਭਗਤੀ ਕਰ ਲਈ ਤੇ ਉਹਨੂੰ ਭੁਗਤਣੇ ਨਹੀਂ ਪੈਂਦੇ, ਨਹੀਂ। ਪਰ ਇੰਨਾ ਕੁ ਗੁਰੂ ਦੀ ਬਖਸ਼ਿਸ਼, ਕਿਰਪਾ, ਉਹਦੀ ਦਇਆ ਕਿ ਉਹ ਕਸ਼ਟ ਛੇਤੀ ਲੰਘਾ ਦਿੰਦਾ, ਉਹ ਕਸ਼ਟ ਛੇਤੀ ਕੱਟ ਦਿੰਦਾ, ਉਹਨੂੰ ਮਹਿਸੂਸ ਨਹੀਂ ਹੋਣਾ। ਪਾਤਸ਼ਾਹ ਜੀ ਕਹਿੰਦੇ ਹਨ, ਦੀਨ ਦਰਦ ਨਿਵਾਰ ਠਾਕੁਰ। ਦੀਨ ਦੁਖੀਆਂ ਦੇ ਦਰਦ ਨਿਵਰਤ ਕਰ ਦਿੰਦਾ ਮਾਲਕ, ਕਸ਼ਟ ਕੱਟ ਦਿੰਦਾ, ਖਤਮ ਕਰ ਦਿੰਦਾ। ਠਾਕੁਰ ਅਕਾਲ ਪੁਰਖ ਰਾਖੈ ਜਨ ਕੀ ਆਪ। ਉਹ ਆਪਣੇ ਪਿਆਰਿਆਂ ਦੀ, ਉਹ ਆਪਣੇ ਜਨਾਂ ਦੀ ਆਪ ਰੱਖ ਲੈਂਦਾ। ਜਿਵੇਂ ਇੱਕ ਪੁੱਤ, ਜਦੋਂ ਕੋਈ ਉਹ ਤੋਂ ਮਾੜਾ ਕੰਮ ਹੋ ਜਾਏ ਤਾਂ ਉਹਦੇ ਪਰਦੇ ਉਹਦਾ ਪਿਤਾ ਢੱਕ ਦਿੰਦਾ, ਉਹਦੀ ਮਾਂ ਢੱਕ ਦਿੰਦੀ ਹੈ, ਪਰਿਵਾਰ ਢੱਕ ਦਿੰਦਾ। ਇਸੇ ਤਰ੍ਹਾਂ ਆਪਣੇ ਪਿਆਰਿਆਂ ਦੀ, ਆਪਣੇ ਜਨਾਂ ਦੀ, ਨਾਮ ਜਪਣ ਵਾਲਿਆਂ ਦੀ ਪੈਜ ਉਹ ਵਾਹਿਗੁਰੂ ਰੱਖ ਦਿੰਦਾ, ਕੱਟ ਦਿੰਦਾ। ਰਾਖੈ ਜਨ ਕੀ ਆਪ। ਪਾਤਸ਼ਾਹ ਜੀ ਅਗਲੀ ਪੰਕਤੀ ਵਿੱਚ ਸਾਨੂੰ ਸ਼ੁਭ ਸਿੱਖਿਆ ਦਿੰਦੇ ਹਨ। ਤਰਨ ਤਾਰਨ ਹਰ ਨਿਧ, ਦੁਖ ਨਾ ਸਕੈ ਵਿਆਪ। ਹਰੀ ਅਕਾਲ ਪੁਰਖ ਪਰਮਾਤਮਾ, ਹਰ ਨਿਧ, ਨਿਧੀਆਂ ਦੇ ਖਜ਼ਾਨੇ। ਪਾਤਸ਼ਾਹ ਜੀ ਕਹਿੰਦੇ ਉਹ ਤਰਨ ਅਤੇ ਤਾਰਨ ਵਾਲੇ।
ਉਹ ਪਰਮਾਤਮਾ ਤਾਰ ਦਿੰਦਾ। ਉਹ ਡੋਬਦਾ ਨਹੀਂ ਕਿਸੇ ਨੂੰ ਵੀ, ਨਾ ਉਹ ਸਿੱਖ ਨੂੰ ਡੋਬੇ, ਨਾ ਹਿੰਦੂ ਨੂੰ ਡੋਬੇ, ਨਾ ਮੁਸਲਮਾਨ ਨੂੰ ਡੋਬੇ, ਨਾ ਜੈਨੀ ਨੂੰ ਡੋਬੇ, ਨਾ ਬੋਧੀ ਨੂੰ ਡੋਬੇ, ਨਾ ਘਰਾਂ ਵਿੱਚ ਕੰਮ ਕਰਨ ਵਾਲੇ ਨੂੰ ਡੋਬੇ, ਨਾ ਕਿਸੇ ਹੋਰ ਨੂੰ ਡੋਬੇ, ਨਾ ਮੰਦਰ ਮਸੀਤ ਗੁਰੂ ਘਰ ਡੇਰੇ ਵਿੱਚ ਰਹਿਣ ਵਾਲੇ ਨੂੰ ਡੋਬੇ। ਉਹ ਡੋਬਦਾ ਨਹੀਂ ਕਿਸੇ ਨੂੰ, ਉਹ ਤਾਰਦਾ ਹੈ, ਉਹਦਾ ਨਾਮ ਤਾਰਦਾ। ਕਿਉਂਕਿ ਜਿਵੇਂ ਇੱਕ ਪਾਣੀ ਵਿੱਚ ਬੇੜੀ ਤੁਰਦੀ ਹੈ, ਪਾਣੀ ਵਿੱਚ ਬੇੜੀ ਹੈ, ਤੁਰ ਰਹੀ ਹੈ, ਉਹਦੇ ਵਿੱਚ ਮੁਸਲਮਾਨ ਦੇ ਬੈਠੇ, ਭਾਵੇਂ ਸਿੱਖ ਬੈਠੇ ਤੇ ਭਾਵੇਂ ਹਿੰਦੂ ਬੈਠੇ, ਭਾਵੇਂ ਘਰ ਵਿੱਚ ਕੰਮ ਕਰਨ ਵਾਲਾ ਬੈਠੇ ਤੇ ਭਾਵੇਂ ਕੋਈ ਗੁਰੂ ਘਰ ਮੰਦਰ ਮਸੀਤ ਵਿੱਚ ਰਹਿਣ ਵਾਲਾ ਬੈਠੇ। ਬੇੜੀ ਨੇ ਇਹ ਨਹੀਂ ਦੇਖਣਾ ਕਿ ਮੇਰੇ ਵਿੱਚ ਬੈਠਾ ਕੌਣ ਹੈ। ਹਿੰਦੂ ਬੈਠਾ, ਮੁਸਲਮਾਨ ਬੈਠਾ, ਸਿੱਖ ਬੈਠਾ, ਮਨਮੁਖ ਬੈਠਾ, ਗੁਰਮੁਖ ਬੈਠਾ। ਬੇੜੀ ਨੇ ਨਹੀਂ ਇਹ ਦੇਖਣਾ। ਆ ਬਲਾਡੇ ਵਾਲਾ ਪੁਲ ਹੈ ਨਾ, ਆਪਣਾ ਨਹਿਰ ਦੇ ਪੁਲ ਹੈ, ਭਾਵੇਂ ਕੋਈ ਲਾ ਲਓ, ਆਪਾਂ ਨਿੱਤ ਪੁਲ ਦੇ ਉੱਤੋਂ ਦੀ ਲੰਘਦੇ ਹਾਂ। ਪੁਲ ਨੇ ਅੱਜ ਤੱਕ ਇਹ ਦੇਖਿਆ ਵੀ ਇਹ ਨਾਮ ਨਹੀਂ ਜਪਦਾ। ਪੁਲ ਨੇ ਅੱਜ ਤੱਕ ਇਹ ਦੇਖਿਆ ਵੀ ਇਹ ਬਾਹਲਾ ਜਪਦਾ ਤੇ ਇਹਨੂੰ ਕੋਈ ਮੈਂ ਜਹਾਜ਼ ਲੈ ਕੇ ਦੇ ਦਾਂ? ਨਹੀਂ। ਪੁਲ ਦਾ ਕੰਮ ਹੈ ਉਹਨੇ ਉੱਤੋਂ ਦੀ ਲੰਘਾਉਣਾ, ਉਹਨੇ ਨਹੀਂ ਦੇਖਣਾ। ਬੇੜੀ ਦਾ ਕੰਮ ਹੈ ਉਹਨੇ ਪਾਰ ਲਾਉਣਾ, ਉਹਨੇ ਨਹੀਂ ਦੇਖਣਾ ਮੇਰੇ ਵਿੱਚ ਕੌਣ ਬੈਠਾ, ਇਹਦੇ ਚੋਲਾ ਪਾਇਆ ਜਾਂ ਨਹੀਂ ਪਾਇਆ, ਇਹ ਨਾਮ ਕਿੰਨਾ ਕੁ ਜਪਦਾ, ਉਹਨੇ ਪਾਰ ਲਾਉਣਾ। ਕਹਿਣ ਤੋਂ ਭਾਵ ਹੈ ਸਾਡੇ ਗੁਰੂ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ, ਉਹ ਸਾਨੂੰ ਇਹ ਨਹੀਂ ਦੇਖਦੇ ਕਿ ਇਹ ਦੁਖੀ ਕਿੰਨਾ ਕੁ ਹੈ, ਇਹ ਨਾਮ ਕਿੰਨਾ ਕੁ ਜਪਦਾ ਹੈ, ਇਹਨੇ ਸੇਵਾ ਕੀਤੀ ਹੈ ਜਾਂ ਨਹੀਂ ਕੀਤੀ। ਭਾਵ ਜਦੋਂ ਅਸੀਂ ਗੁਰੂ ਕੋਲੇ ਆਉਂਦੇ ਹਾਂ, ਗੁਰੂ ਦੀ ਸ਼ਰਨ ਲੈਂਦੇ ਹਾਂ, ਤਾਂ ਉਹ ਕਿਰਪਾ ਕਰਦਾ। ਸਭ ਤੋਂ ਪਹਿਲਾਂ ਸਾਨੂੰ ਨਾਮ ਨਾਲ ਜੋੜ ਦਿੰਦਾ, ਸੇਵਾ ਨਾਲ ਜੋੜ ਦਿੰਦਾ। ਜਦੋਂ ਅਸੀਂ ਨਾਮ ਨਾਲ ਜੁੜ ਗਏ, ਸੇਵਾ ਨਾਲ ਜੁੜ ਗਏ, ਸਿਮਰਨ ਨਾਲ ਜੁੜ ਗਏ, ਜਿਵੇਂ ਇੱਕ ਮਲਾਹ ਹੈ ਨਾ, ਮਲਾਹ ਬੇੜੀ ਨੂੰ ਤੋਰਨ ਵਾਲਾ। ਹੁਣ ਜੇ ਅਸੀਂ ਕਹੀਏ ਵੀ ਮਲਾਹ ਨੂੰ ਦੇਖ ਕੇ ਬੇੜੀ ਤੇ ਬੈਠਣ ਦੀ ਲੋੜ ਨਹੀਂ, ਅਸੀਂ ਬੇੜੀ ਦੇਖ ਲਈ, ਮਲਾਹ ਦੇਖ ਲਿਆ ਤੇ ਤਰ ਗਏ, ਨਹੀਂ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਹਨ, ਬੇੜੀ ਦੇਖਣ ਨਾਲ, ਬੇੜੀ ਤੇ ਨਾ ਬੈਠਣ ਨਾਲ ਗੱਲ ਨਹੀਂ ਬਣਨੀ। ਬੇੜੀ ਦੇਖ ਵੀ ਲੈਤੀ, ਮਲਾਹ ਨਾਲ ਗੱਲਾਂ ਕਰ ਲਈਆਂ, ਪਰ ਬੇੜੀ ਵਿੱਚ ਬੈਠੇ ਨਾ, ਫੇਰ ਨਹੀਂ ਤਰਿਆ ਜਾਣਾ। ਤੈਨੂੰ ਬੈਠਣ ਦੀ ਲੋੜ ਹੈ ਉਹਦੇ ਵਿੱਚ। ਪਾਤਸ਼ਾਹ ਜੀ ਕਹਿੰਦੇ ਹਨ, ਦੀਨ ਦਰਦ ਨਿਵਾਰ ਠਾਕੁਰ, ਰਾਖੈ ਜਨ ਕੀ ਆਪ, ਤਰਨ ਤਾਰਨ ਹਰ ਨਿਧ। ਉਹ ਤਰਨ ਤਾਰਨ ਮਾਲਕ ਵਾਹਿਗੁਰੂ, ਤਾਰਨ ਵਾਲਾ, ਨਿੱਧ ਨਿਧੀਆਂ ਦਾ ਖਜ਼ਾਨਾ, ਜਿਹਦੇ ਵਿੱਚ ਔਰ ਅਨੇਕਾਂ ਖਜ਼ਾਨੇ ਸਮਾਏ ਹੋਏ। ਇਕੱਲਾ ਮਾਇਆ ਦਾ ਖਜ਼ਾਨਾ ਹੀ ਨਹੀਂ ਉਹਦੇ ਕੋਲੇ ਸ਼ਾਂਤੀ ਦਾ, ਸੁੱਖਾਂ ਦਾ, ਆਨੰਦ ਦਾ ਖਜ਼ਾਨਾ ਹੈ। ਉਹਦੇ ਕੋਲੇ ਦੁੱਧਾਂ ਪੁੱਤਾਂ ਦਾ ਖਜ਼ਾਨਾ ਹੈ। ਉਹਦੇ ਕੋਲੇ ਸੁੱਖ ਦਾ, ਆਨੰਦ ਦਾ ਖਜ਼ਾਨਾ ਹੈ। ਤਿੰਨੇ ਲੋਕਾਂ ਨੂੰ ਉਹ ਦੱਦਾ ਦਾਤਾ ਏਕ ਹੈ, ਸਭ ਕੋ ਦੇਵਨਹਾਰ, ਦੇਂਦੇ ਟੋਟ ਨ ਆਵਈ, ਅਗੰਤ ਪਰੇ ਭੰਡਾਰ। ਪਾਤਸ਼ਾਹ ਜੀ ਕਹਿੰਦੇ ਦੁਖ ਨਾ ਸਕਾ ਵਿਆਪ। ਪਾਤਸ਼ਾਹ ਜੀ ਕਹਿੰਦੇ ਭਾਈ ਜਿਹੜੇ ਉਹਦੇ ਖਜ਼ਾਨੇ ਨਾਲ ਜੁੜ ਗਏ, ਨਿਧੀਆਂ ਦੇ ਖਜ਼ਾਨੇ ਨਾਲ ਜੁੜ ਗਏ, ਸੇਵਾ ਕਰ ਲਈ, ਸਿਮਰਨ ਕਰ ਲਿਆ, ਬਾਣੀ ਪੜ੍ਹ ਲਈ, ਬਾਣੀ ਸੁਣ ਲਈ, ਪਾਤਸ਼ਾਹ ਜੀ ਕਹਿੰਦੇ ਉਹਨਾਂ ਨੂੰ ਦੁੱਖ, ਕਸ਼ਟ, ਕਲੇਸ਼ ਵਿਆਪ ਨਹੀਂ ਸਕਦਾ, ਭਾਵ ਲੱਗਦਾ ਹੀ ਨਹੀਂ। ਅਗਲੀ ਪੰਕਤੀ ਵਿੱਚ ਕਹਿੰਦੇ ਹਨ ਮਹਾਰਾਜ, ਸਾਧੂ ਸੰਗ
ਭਜਹੁ ਗੋਪਾਲ। ਐ ਬੰਦੇ, ਜੇ ਤੂੰ ਤਰਨਾ ਹੈ ਨਾ, ਜੇ ਤੂੰ ਆਪਣਾ ਭਲਾ ਚਾਹੁੰਦਾ ਤਾਂ ਤੂੰ ਚੰਗੇ ਪੁਰਸ਼ ਦੀ, ਨਾਮ ਜਪਣ ਵਾਲੇ, ਸਿਮਰਨ ਵਾਲੇ ਦੀ ਸੰਗਤ ਕਰ, ਗੁਰੂ ਦੀ ਸੰਗਤ ਕਰ। ਭਜਹੁ ਗੋਪਾਲ। ਫਿਰ ਤੂੰ ਉੱਥੇ ਸੰਗਤ ਕਰਕੇ ਕੀ ਕਰਨਾ? ਗੋਪਾਲ ਅਕਾਲ ਪੁਰਖ ਪਰਮੇਸ਼ਰ ਨੂੰ ਜਪ, ਉਹਦਾ ਭਜਨ ਕਰ, ਉਹਦੀ ਬੰਦਗੀ ਕਰ। ਆਨ ਸੰਜਮ ਕਿਛ ਨਾ ਸੂਝੈ, ਇਹ ਜਤਨ ਕਾਟ ਕਲ ਕਾਲ। ਪਾਤਸ਼ਾਹ ਜੀ ਕਹਿੰਦੇ ਹੋਰ ਕੁਛ ਸੰਜਮ ਆਦਿਕ ਕਿਛ ਨਾ ਸੂਝੈ, ਇਹ ਯਤਨ ਕਰ ਕਾਟ ਕਲ ਕਾਲ। ਉਹ ਮਾਲਕ ਵਾਹਿਗੁਰੂ ਦਾ ਜਦੋਂ ਸਿਮਰਨ ਕਰੇਗਾ ਮਨੁੱਖ, ਸੇਵਾ ਕਰੇਗਾ, ਬਾਣੀ ਪੜ੍ਹੇਗਾ, ਬਾਣੀ ਸੁਣੇਗਾ, ਪਾਠ ਕਰੇਗਾ, ਪਾਠ ਸੁਣੇਗਾ। ਆਪਾਂ ਦੇਖੋ ਹੁਣ ਆ ਗਿਆ ਹੈ ਨਾ, ਦੁਸਹਿਰਾ ਆ ਰਿਹਾ ਅੱਗੇ। ਪਾਠ ਕਾਹਦੇ ਵਾਸਤੇ ਕਰਾਵਾਂਗੇ? ਆਪਾਂ ਇਸੇ ਲਈ ਕਰਾਵਾਂਗੇ ਕਿ ਸਾਡਾ ਭਲਾ ਹੋਵੇ। ਇਸੇ ਲਈ ਕਰਾਵਾਂਗੇ ਕਿ ਅਸੀਂ ਸੇਵਾ ਕਰੀਏ। ਇਸ ਲਈ ਕਰਾਵਾਂਗੇ ਕਿ ਸਾਡਾ ਪਾਰ ਉਤਾਰਾ ਹੋ ਜਾਏ, ਸਾਡੀ ਕੀਤੀ ਹੋਈ ਕਿਰਤ ਗੁਰੂ ਦੇ ਲੇਖੇ ਵਿੱਚ ਪੈ ਜਾਵੇ, ਗੁਰੂ ਦੇ ਖਜ਼ਾਨੇ ਵਿੱਚ ਪੈ ਜਾਵੇ। ਪਿਆਰੇ, ਕਹਿਣ ਤੋਂ ਭਾਵ ਹੈ, ਜਦੋਂ ਅਸੀਂ ਗੁਰੂ ਦੇ ਦਰ ਤੇ ਇੱਕ ਇੱਕ ਦੁੱਖ, ਕਲੇਸ਼, ਕਸ਼ਟ ਨਿਵਰਤ ਕਰਨ ਲਈ ਬਾਣੀ ਦੇ ਪਾਠ ਕਰਾਏ, ਬਾਣੀ ਜਪੀ, ਸੇਵਾ ਕੀਤੀ, ਸਿਮਰਨ ਕੀਤਾ। ਪਾਤਸ਼ਾਹ ਜੀ ਕਹਿੰਦੇ ਜਦ ਇਹ ਯਤਨ ਕਾਟ ਕਲ ਕਾਲ, ਇਹ ਯਤਨ ਕਰ, ਕਲ ਕਾਲ, ਇੱਦਾਂ ਦਾ ਯਤਨ ਕੀਤਾ ਹੋਇਆ ਕਾਲ ਦੀ ਫਾਂਸੀ ਨੂੰ, ਕਾਲ ਨੂੰ ਕੱਟ ਦਿੰਦਾ, ਕੱਟ ਦਿੰਦਾ। ਸਤਿਪੁਰਸ਼ ਕਹਿੰਦੇ ਹੈ, ਸੰਤ ਮਸਕੀਨ ਜੀ ਵਰਗੇ, ਜਿਨ੍ਹਾਂ ਨੇ ਸਿਮਰਨ ਕੀਤਾ, ਬੰਦਗੀ ਕੀਤੀ, ਸੇਵਾ ਕੀਤੀ ਤੇ ਸਾਨੂੰ ਸਿੱਖਿਆ ਦਿੱਤੀ, ਗੁਰੂ ਦੀ ਬਾਣੀ ਵਿੱਚੋਂ ਉਦਾਹਰਨਾਂ ਦੇ ਕਿ ਕਲਯੁਗ ਦੇ ਸਮੇਂ ਦੇ ਵਿੱਚ ਇੱਕੋ ਇੱਕ ਉਦਮ ਮਨੁੱਖ ਨੂੰ ਕਰਨਾ ਚਾਹੀਦਾ ਕਿ ਮਨੁੱਖ ਨਾਮ ਜਪੇ ਤੇ ਸੇਵਾ ਕਰੇ। ਤੇ ਪਿਆਰਿਓ, ਧਿਆਨ ਰੱਖਣਾ, ਉਹ ਕਹਿੰਦੇ ਜਿਹੜੇ ਪੁਰਸ਼ ਘਰਾਂ ਵਿੱਚ ਰਹਿਣ ਵਾਲੇ ਮਨੁੱਖ ਹੈ, ਭੈਣ ਭਾਈ, ਉਹਨਾਂ ਨੂੰ ਇਹ ਉਦਮ ਕਰਨਾ ਚਾਹੀਦਾ 24 ਘੰਟਿਆਂ ਦੇ ਵਿੱਚੋਂ ਕਿ ਉਹ ਕੁਝ ਸਮਾਂ ਕੱਢ ਕੇ ਰੱਬ ਰੱਬ ਕਰਨ, ਭਾਵੇਂ ਤੁਰੇ ਜਾਂਦੇ ਕਰ ਲੈਣ। ਜੇ ਉਹ ਬੈਠ ਕੇ ਧਿਆਨ ਲਾ ਕੇ ਕਰਦੇ ਆ ਘਰ ਵਿੱਚ, ਜਾਂ ਗੁਰੂ ਘਰ ਬਹੁਤ ਸੰਗਤ ਹੈ ਜਿਹੜੀ ਸਮਾਂ ਕੱਢ ਕੇ ਆ ਕੇ ਬਹਿ ਕੇ ਬਾਣੀ ਸੁਣਦੀ ਹੈ, ਜਾਂ ਤੁਰੇ ਫਿਰਦੇ ਸੇਵਾ ਕਰਦੇ ਆ ਨਾਲੇ ਬਾਣੀ ਸੁਣਦੇ ਆ। ਇਹ ਪਾਤਸ਼ਾਹ ਜੀ ਕਹਿੰਦੇ ਹਨ ਕਿ ਜਿਹੜਾ ਮਨੁੱਖ ਘਰ ਵਿੱਚ ਰਹਿ ਕੇ 24 ਘੰਟਿਆਂ ਦੇ ਵਿੱਚੋਂ 8-10 ਘੰਟੇ ਕੰਮ ਕਰਦਾ, ਦੁਕਾਨ ਤੇ, ਖੇਤ ਵਿੱਚ, ਬਿਜ਼ਨਸ ਵਿੱਚ, ਉਹ ਇਹ ਸਾਰਾ ਕੁਝ ਕਰਦਾ ਹੋਇਆ 24 ਘੰਟਿਆਂ ਦੇ ਵਿੱਚੋਂ ਸਮਾਂ ਕੱਢ ਕੇ, ਭਾਵੇਂ ਉਹ ਘਰੇ, ਭਾਵੇਂ ਖੇਤ ਵਿੱਚ, ਭਾਵੇਂ ਦੁਕਾਨ ਵਿੱਚ, ਤੇ ਭਾਵੇਂ ਸਮਾਂ ਕੱਢ ਕੇ ਗੁਰੂ ਘਰ, ਮੰਦਰ, ਮਸੀਤ ਵਿੱਚ ਸਮਾਂ ਕੱਢ ਕੇ ਉਹ ਰੱਬ ਨਾਲ ਜੁੜੇ। ਉਹਦੀ ਕੀਤੀ ਹੋਈ ਕਮਾਈ, ਕੀਤੀ ਹੋਈ ਕਮਾਈ ਅਤੇ ਉਹਦਾ ਕੀਤਾ ਹੋਇਆ ਕੰਮ, ਪਾਲੇ ਹੋਏ ਬੱਚੇ, ਉਹ ਲੇਖੇ ਵਿੱਚ ਹੈ। ਇਸੇ ਕਰਕੇ ਪਿਆਰਿਓ, ਅਸੀਂ ਪੁੰਨ ਕਰਦੇ ਹਾਂ, ਦਾਨ ਕਰਦੇ ਹਾਂ,
ਕਿ ਸਾਡੀ ਕਮਾਈ ਕੀਤੀ ਹੋਈ ਔਰ ਲੇਖੇ ਵਿੱਚ ਪੈ ਜਾਏ। ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਜਿਹੜਾ ਮਨੁੱਖ ਇਦਾਂ ਕਰੇਗਾ ਉਹਦਾ ਪਾਰ ਉਤਾਰਾ ਹੋ ਜਾਵੇ, ਉਹਦੀ ਕਾਲ ਦੀ ਫਾਸੀ ਕਾਟ ਕੱਟੀ ਜਾਵੇਗੀ। ਮਹਾਰਾਜ ਸੱਚੇ ਪਾਤਸ਼ਾਹ ਜੀ ਅਗਲੀਆਂ ਪੰਕਤੀਆਂ ਵਿੱਚ ਸਾਨੂੰ ਸ਼ੁਭ ਸਿੱਖਿਆ ਦਿੰਦੇ ਹਨ। ਰਹਾਉ ਆਦਿ ਅੰਤ ਦਇਆਲ ਪੂਰਨ, ਤਿਸ ਬਿਨਾ ਨਹੀਂ ਕੋ। ਪਰਮਾਤਮਾ ਜਿਹੜਾ ਵਾਹਿਗੁਰੂ ਹੈ ਨਾ, ਸਾਡਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ, ਉਹ ਆਦ ਅਤੇ ਅੰਤ, ਮਨੁੱਖ ਦੇ ਜਨਮ ਤੋਂ ਲੈ ਕੇ ਉਹਦੇ ਅੰਤ ਤੱਕ, ਤੇ ਜਾਂ ਇੱਦਾਂ ਕਹਿ ਲਓ ਕਿ ਜਦੋਂ ਤੋਂ ਦੁਨੀਆ ਸਾਜੀ ਹੈ ਉਦੋਂ ਤੋਂ ਲੈ ਕੇ ਦੁਨੀਆ ਦੇ ਅੰਤ ਤੱਕ ਪਰਮਾਤਮਾ ਤੋਂ ਬਿਨਾਂ ਕੋਈ ਦਿਆਲੂ ਦੂਜਾ ਨਹੀਂ ਹੋ ਸਕਦਾ, ਦੂਜਾ ਦਿਆਲੂ ਨਹੀਂ ਹੋ ਸਕਦਾ। ਕੇਵਲ ਰੱਬ ਹੀ ਸਾਡਾ ਦਿਆਲੂ ਕਿਰਪਾਲੂ ਮਾਲਕ ਪਰਮਾਤਮਾ ਹੈ, ਜਿਹਦੇ ਅੱਗੇ ਅਸੀਂ ਦੁੱਖ ਵਿੱਚ, ਕਲੇਸ਼ ਵਿੱਚ, ਕਸ਼ਟ ਵਿੱਚ ਅਰਦਾਸ ਕਰ ਸਕਦੇ ਹਾਂ। ਜਿਸ ਸਮੇਂ ਦੇ ਵਿੱਚ ਤੁਹਾਨੂੰ ਕੋਈ ਵੀ ਪਸੰਦ ਨਹੀਂ ਕਰ ਰਿਹਾ, ਜਿਸ ਸਮੇਂ ਦੇ ਵਿੱਚ ਤੁਹਾਨੂੰ ਕੋਈ ਵੀ ਸਾਥ ਨਹੀਂ ਦੇ ਰਿਹਾ, ਜਿਸ ਸਮੇਂ ਦੇ ਵਿੱਚ ਤੁਹਾਨੂੰ ਦੁੱਖਾਂ ਦੇ ਵਿੱਚ ਕੋਈ ਵੀ ਨਹੀਂ ਖੜ ਰਿਹਾ, ਜਿਹੜਾ ਕਸ਼ਟ ਤੁਹਾਡਾ ਦੁਨੀਆ ਦੇ ਵਿੱਚ ਕੱਟਿਆ ਨਹੀਂ ਜਾ ਸਕਦਾ, ਉਹ ਕਸ਼ਟ, ਉਹ ਕਲੇਸ਼, ਉਹ ਦੁੱਖ ਪਾਤਸ਼ਾਹ ਜੀ ਕੱਟ ਦਿੰਦੇ, ਗੁਰੂ ਕੱਟ ਦਿੰਦਾ। ਇਹਦੇ ਵਿੱਚ ਸ਼ਕਤੀ ਹੈ ਗੁਰੂ ਵਿੱਚ। ਇਹ ਤਿੰਨਾਂ ਲੋਕਾਂ ਦਾ ਮਾਲਕ ਹੈ। ਇਹ ਤੋਂ ਬਿਨਾਂ ਪਾਤਸ਼ਾਹ ਜੀ ਕਹਿੰਦੇ ਤਿਸ ਬਿਨਾ ਨਹੀਂ ਕੋਈ, ਵਾਹਿਗੁਰੂ ਤੋਂ ਬਿਨਾਂ ਕੋਈ ਵੀ ਨਹੀਂ ਹੈਗਾ ਜਿਹੜਾ ਸਾਡੇ ਕਸ਼ਟ ਨੂੰ, ਜਿਹੜਾ ਸਾਡੇ ਦਰਦ ਨੂੰ, ਜਿਹੜਾ ਸਾਡੇ ਦੁੱਖਾਂ ਨੂੰ ਕੱਟ ਦੇਵੇ, ਨਿਵਿਰਤ ਕਰ ਦੇਵੇ। ਜਨਮ ਮਰਨ ਨਿਵਾਰ ਹਰ ਜਪ, ਸਿਮਰ ਸੁਆਮੀ ਸੋਇ। ਜਨਮ ਅਤੇ ਮਰਨ ਦਾ ਔਰ ਉਹ ਲੇਖਾ ਜੋਖਾ ਨਿਵਾਰ ਹਰ ਜਪ, ਹਰੀ ਦਾ ਸਿਮਰਨ ਕਰਕੇ ਭਾਈ ਨਿਵਾਰ ਕਹੀਏ ਨਿਵਿਰਤ ਹੋ ਜਾਂਦਾ ਹੈ, ਭਾਵ ਖਤਮ ਹੋ ਜਾਂਦਾ। ਸਿਮਰ ਸੁਆਮੀ ਸੋਇ, ਭਾਈ ਜਿਹੜਾ ਤੇਰੇ ਜਨਮ ਮਰਨ ਦਾ ਦੁੱਖ ਕੱਟ ਦਿੰਦਾ ਹੈ, ਤੂੰ ਉਹਨੂੰ ਕਿਉਂ ਨਹੀਂ ਜਪਦਾ? ਇਹ ਦੁਨੀਆ ਦੇ ਵਿੱਚ ਨਫੇ ਨੁਕਸਾਨ, ਊਚ ਨੀਚ, ਇਹ ਤਾਂ ਚੱਲਦਾ ਰਹਿਣਾ। ਨਫੇ ਨਾਲ ਜੁੜ ਕੇ, ਨੁਕਸਾਨ ਨਾਲ ਜੁੜ ਕੇ, ਵਾਧੇ ਨਾਲ, ਘਾਟੇ ਨਾਲ, ਦੁੱਖ ਨਾਲ, ਸੁੱਖ ਨਾਲ ਜੁੜ ਕੇ ਤੂੰ ਜ਼ਿੰਦਗੀ ਬਤੀਤ ਕਰ ਲਈ ਹੈ, ਪਰ ਤੂੰ ਉਹਦਾ ਮਾਲਕ ਦਾ ਜਾਪ ਨਹੀਂ ਜਪਿਆ। ਪਾਤਸ਼ਾਹ ਜੀ ਕਹਿੰਦੇ ਉਹ ਬੰਦੇ ਤੇਰਾ ਜਿਹੜਾ ਦੁੱਖਾਂ ਦਾ, ਕਸ਼ਟਾਂ ਦਾ, ਕਲੇਸ਼ਾਂ ਦਾ ਨਿਵਰਤੀ ਹੈ, ਕਲੇਸ਼ਾਂ ਦੀ ਨਿਵਰਤੀ, ਦੁੱਖਾਂ ਦੀ ਨਿਵਰਤੀ ਹੈ ਜਿਹੜੀ, ਉਹ ਹਰ ਜਪ, ਹਰੀ ਦਾ ਸਿਮਰਨ ਕਰ, ਸਿਮਰ ਸੁਆਮੀ ਸੋਇ, ਭਾਵ ਤੂੰ ਉਹਦਾ ਸਿਮਰਨ ਕਰੀ ਜਾ, ਕਰੀ ਜਾ, ਕਰੀ ਜਾ, ਹਟ ਨਾ। ਤੇ ਪਿਆਰਿਓ ਇੱਕ ਗੱਲ ਧਿਆਨ ਵਿੱਚ ਰੱਖਣਾ, ਜਦੋਂ ਅਸੀਂ ਸਿਮਰਨ ਕਰੀ ਜਾਂਦੇ ਹਾਂ, ਕਰੀ ਜਾਂਦੇ ਹਾਂ, ਕਰੀ ਜਾਂਦੇ ਹਾਂ, ਤਾਂ ਫਿਰ ਕੀ ਹੁੰਦਾ? ਸਾਨੂੰ ਸੁੱਤਿਆਂ ਨੂੰ ਵੀ ਉਹਦੇ ਸੁਪਨੇ ਆਉਂਦੇ ਆ, ਜਿਵੇਂ ਅਸੀਂ ਸਿਮਰਨ ਵਿੱਚ ਹੀ ਬੈਠੇ ਹੋਈਏ, ਸੁੱਤੇ ਪਏ ਵੀ। ਕੋਈ ਤੁਸੀਂ ਕੰਮ ਕਰ ਰਹੇ ਹੋ, ਕੋਈ ਵੀ ਦੁਨੀਆ ਦੇ ਵਿੱਚ ਕੰਮ ਕਰ ਰਹੇ ਹੋ, ਜਿਹਦੇ ਵਿੱਚ ਤੁਸੀਂ ਬਹੁਤਾ ਧਿਆਨ ਦੇ ਕੇ ਕੰਮ ਕੀਤਾ, ਉਹਦੇ ਤੁਹਾਨੂੰ ਸਾਨੂੰ ਸੁਪਨੇ ਆਉਂਦੇ।
ਸੁਪਨਾ ਅਵਸਥਾ ਦੇ ਵਿੱਚ ਤੈਨੂੰ ਦਰਸ਼ਨ ਹੋਣ ਲੱਗ ਜਾਣ, ਇੰਨਾ ਕੁ ਤੇਰੀ ਕਮਾਈ ਹੋਵੇ ਬੰਦੇ, ਇੰਨੀ ਕੁ ਕਮਾਈ ਹੋਵੇ ਕਿ ਸੁਪਨੇ ਵਿੱਚ ਵੀ ਜਦੋਂ ਦਿਸੇ ਤੈਨੂੰ ਗੁਰੂ ਦਿਸੇ। ਬਹੁਤ ਬੰਦੇ ਐ ਸਾਡੇ ਮਾਈ ਭਾਈ ਐ ਜਿਹੜੇ ਕਹਿੰਦੇ ਆ ਵੀ ਜੀ ਦਬਾਅ ਬੜੇ ਆਉਂਦੇ ਆ, ਜਿਹੜੇ ਕਹਿੰਦੇ ਆ ਵੀ ਜੀ ਸੁਪਨੇ ਵਿੱਚ ਵੀ ਐਂ ਲੱਗਦਾ ਜਿਵੇਂ ਕੋਈ ਗਲ ਘੋਟੂਗਾ, ਮਾਰੂਗਾ। ਸੁਪਨੇ ਵਿੱਚ ਵੀ ਐਂ ਲੱਗਦਾ ਜਿਵੇਂ ਕੋਈ ਗਾਲਾਂ ਕੱਢੀ ਜਾਂਦਾ ਹੁੰਦਾ। ਕਿਉਂਕਿ ਸਾਡਾ ਸਾਰਾ ਦਿਨ ਚੱਲਦੀ ਇਹ ਕੁਛ, ਦੂਜੀ ਤੀਜੀ ਹੋਰ ਤਾਂ ਗੱਲ ਹੀ ਨਹੀਂ ਚੱਲਦੀ। ਤੇ ਜਿਹੜੀਆਂ ਗੱਲਾਂ ਸਾਡੇ ਘਰਾਂ ਵਿੱਚ ਚੱਲਣਗੀਆਂ, ਫਿਰ ਸੁਪਨੇ ਹੁਣ ਨਾਮ ਦੇ ਥੋੜ੍ਹਾ ਆਉਣ ਲੱਗੇ, ਸਿਮਰਨ ਦੇ ਥੋੜ੍ਹਾ ਆਉਣ ਲੱਗੇ। ਕਹਿਣ ਤੋਂ ਭਾਵ ਹੈ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ, ਭਾਈ ਉਹ ਜਨਮ ਦੀ ਮਰਨ ਦੀ ਨਿਵਰਤੀ ਕਰਨ ਵਾਲਾ ਮਾਲਕ ਹੈ, ਵਾਹਿਗੁਰੂ ਹੈ, ਤੇ ਉਹਦਾ ਤੂੰ ਸਿਮਰਨ ਕਰ, ਭਜਨ ਕਰ, ਬੰਦਗੀ ਕਰ। ਵੇਦ ਸਿਮਰਤ ਕਥੈ ਸਾਸਤ, ਭਗਤ ਕਰਹਿ ਵਿਚਾਰ। ਵੇਦ ਸਿਮਰਤ ਸ਼ਾਸਤਰ ਇਹ ਕਥਨ ਕਰਦੇ ਆ। ਕੀ ਕਰਦੇ ਆ? ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਭਗਤ ਕਰਹਿ ਵਿਚਾਰ। ਇਹ ਭਗਤ ਉਹਦੀ ਵਿਚਾਰ ਕਰਦੇ ਆ। ਭਗਤ ਸੰਤ ਰਿਸ਼ੀ ਮੁਨੀ ਸਾਧੂ ਮਹਾਤਮਾ ਵੇਦਾਂ ਦੇ, ਸਿਮਰਤੀਆਂ ਦੇ, ਸ਼ਾਸਤਰਾਂ ਦੇ ਕੀਤੇ ਹੋਏ ਕਥਨ ਦਾ ਭਗਤ ਵਿਚਾਰ ਕਰਦੇ ਆ। ਕੀ ਕਰਦੇ ਆ? ਕੀ ਕਹਿੰਦੇ ਆ? ਪਾਤਸ਼ਾਹ ਜੀ ਕਹਿੰਦੇ ਮੁਕਤ ਪਾਈ ਹੈ ਸਾਧ ਸੰਗਤ, ਬਿਨ ਸਜਾਏ ਅੰਧਾ। ਭਾਈ ਮੁਕਤੀ ਸੰਗਤ ਵਿੱਚ ਪੈਂਦੀ ਹੈ। ਮੁਕਤ ਮਨੁੱਖ ਸੰਗਤ ਵਿੱਚ ਹੁੰਦਾ ਹੈ। ਇਸੇ ਕਰਕੇ ਪਿਆਰਿਓ ਅਸੀਂ ਸਵੇਰੇ ਸਵੇਰੇ ਅੰਮ੍ਰਿਤ ਵੇਲੇ ਗੁਰੂ ਦੇ ਚਰਨਾਂ ਵਿੱਚ ਇਕੱਠੇ ਹੋ ਕੇ ਬਹਿਨੇ, ਗੁਰੂ ਦੇ ਚਰਨਾਂ ਵਿੱਚ ਅਰਦਾਸ ਕਰਦੇ ਹਾਂ ਕਿ ਮਾਲਕ ਕਿਰਪਾ ਕਰੇ। ਤੇ ਪਿਆਰਿਓ ਦਾਸ ਇਹ ਗੱਲ ਇੱਕ ਨਹੀਂ ਅਨੇਕਾਂ ਵਾਰੀ ਕਹਿੰਦਾ ਹੁੰਦਾ ਹੈ ਕਿ ਪਿਆਰਿਓ ਜਦੋਂ ਅਸੀਂ ਗੁਰੂ ਦੇ ਚਰਨਾਂ ਵਿੱਚ ਇਕੱਠੇ ਹੁੰਦੇ ਹਾਂ ਨਾ, ਇੱਥੇ ਬਹਿੰਦੇ ਹਾਂ ਗੁਰੂ ਦੇ ਚਰਨਾਂ ਵਿੱਚ, ਸਾਡੀਆਂ ਤਰੰਗਾਂ ਬਣਦੀਆਂ ਜਿਹੜੀਆਂ ਬਾਅਦ ਵਿੱਚ ਵੀ ਇਹ ਇੱਥੇ ਤਰੰਗਾਂ ਰਹਿੰਦੀਆਂ, ਬੰਦੇ ਨੂੰ ਪ੍ਰਭਾਵਿਤ ਕਰਦੀਆਂ। ਤੇ ਕਦੇ ਵੀ ਦਰਬਾਰ ਵਿੱਚ ਬੈਠ ਕੇ ਕਈ ਵਾਰੀ ਹੁੰਦਾ ਹੈ ਨਾ ਵੀ ਗੱਲਾਂ ਕਰਨੀ, ਗੁਰੂ ਦੇ ਪ੍ਰਤੀ ਜੇ ਕੋਈ ਗੱਲ ਕਰਨੀ ਹੈ ਉਹ ਤਾਂ ਅਸੀਂ ਕਰ ਸਕਦੇ ਹਾਂ, ਪਰ ਨਿੰਦਿਆ ਨਾ ਕਰੀਏ। ਅਸੀਂ ਗੁਰੂ ਦਰਬਾਰ ਵਿੱਚ ਬੈਠ ਕੇ ਇਹ ਨਾ ਕਹੀਏ ਫਲਾਨਾ ਕਿਵੇਂ ਹੈ, ਉਹ ਕਿਵੇਂ ਹੈ, ਇਹ ਕਿਵੇਂ ਹੈ। ਨਹੀਂ, ਗੁਰੂ ਦੇ ਦਰਬਾਰ ਵਿੱਚ ਕੇਵਲ ਗੁਰੂ ਦੀ ਗੱਲ ਹੋਵੇ। ਗੁਰੂ ਦੇ ਦਰਬਾਰ ਵਿੱਚ ਕੇਵਲ ਗੁਰੂ ਗੁਰੂ ਹੋਵੇ, ਨਾਮ ਹੋਵੇ। ਇਸੇ ਕਰਕੇ ਪਿਆਰੇ ਹੁਣ ਦਾਸ ਨੇ ਸੋਚਿਆ ਵੀ ਸੰਗਤ ਆਉਂਦੀ ਹੈ ਤੇ ਅਰਦਾਸ ਤੋਂ ਬਾਅਦ ਆਪਾਂ ਕੀਰਤਨ ਲਾ ਦਿਆ ਕਰੀਏ ਦਰਬਾਰ ਸਾਹਿਬ ਦੇ ਵਿੱਚ। ਬਾਅਦ ਵਿੱਚ ਸੰਗਤ ਕੀਰਤਨ ਸੁਣਦੀ ਰਹਿੰਦੀ ਹੈ। ਬੜੀ ਸੰਗਤ ਹੈ ਫਿਰ ਜਿਹੜੀ ਜਿਹਨੇ 5 ਮਿੰਟ ਬੈਠਣਾ ਉਹ ਵੀ ਕਹਿੰਦਾ ਵੀ ਚਲੋ 15 ਮਿੰਟ ਬੈਠੀਏ, ਇੱਥੇ ਬੈਠ ਕੇ ਸੁਣਾਂਗੇ 10 ਮਿੰਟ। ਇਸ ਲਈ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਅਗਲੀਆਂ ਪੰਕਤੀਆਂ ਵਿੱਚ ਕਹਿੰਦੇ ਮੁਕਤ ਪਾਈ ਹੈ ਸਾਧ ਸੰਗਤ, ਬਿਨ ਸਜਾਏ ਅੰਧਾਰ। ਚਰਨ ਕਮਲ ਆਧਾਰ ਜਨ ਕਾ, ਰਾਸ ਪੂੰਜੀ ਏਕ। ਸਮਾਪਤੀ ਦਾ ਟਾਈਮ ਹੋ ਗਿਆ ਪਿਆਰੇ, ਆਪਣੇ 5 ਮਿੰਟ ਬਾਕੀ ਹੈ ਅਰਦਾਸ ਬਿਨ। ਪਾਤਸ਼ਾਹ ਜੀ ਕਹਿੰਦੇ ਚਰਨਾਂ ਕਮਲਾਂ ਦਾ ਆਧਾਰ ਜਨ ਕਾ, ਅਸੀਂ ਜਾਣਾ ਗੁਰੂ ਸਾਡਾ ਪਿਤਾ ਹੈ, ਮਾਲਕ ਹੈ, ਦਇਆ ਕਰਨ ਵਾਲਾ। ਪਾਤਸ਼ਾਹ ਜੀ ਕਹਿੰਦੇ ਹਨ ਉਹ ਮਾਲਕ ਦਾ ਤੂੰ ਆਸਰਾ ਤੱਕ, ਉਹਦੇ ਚਰਨ ਕਮਲਾਂ ਦਾ ਆਸਰਾ ਤੱਕ। ਰਾਸ ਪੂੰਜੀ ਏਕ, ਤੂੰ ਨਾਮ ਦੀ ਪੂੰਜੀ ਤਿਆਰ ਕਰ ਲੈ। ਕਿਉਂਕਿ ਜਿਵੇਂ ਆਪਾਂ ਹੁਣ ਕੋਈ ਬੰਦਾ ਯਾਤਰਾ ਤੇ ਜਾਵੇ, ਮਾਇਆ ਨਾਲ ਲੈ ਲੈਂਦਾ ਵੀ ਰਸਤੇ ਵਿੱਚ ਕੰਮ ਆਊਗੀ, ਤੇ ਆਉਂਦੀ ਵੀ। ਸਾਡਾ ਨਾਮ ਦਾ ਧਨ ਹੈ ਜਿਹੜਾ, ਇਹ ਸਾਡੇ ਕੋਲੇ ਹੋਵੇ। ਜਦੋਂ ਵੀ ਸਾਡੇ ਕੋਲੇ ਵਿਹਲਾ ਟਾਈਮ ਹੈ ਔਰ ਅਸੀਂ ਬਚੀਏ ਬਾਕੀ ਗੱਲਾਂ ਤੋਂ,
ਇੱਕੋ ਹੀ ਗੱਲ ਕਰੀਏ ਕਿ ਮਾਲਕ ਤੇਰਾ ਨਾਮ ਹੀ ਚੇਤੇ ਵਿੱਚ ਹੋਵੇ, ਹੋਰ ਨਾ ਕੁਝ ਚੇਤੇ ਵਿੱਚ ਹੋਵੇ। ਤਾਣ ਮਾਨ ਦੀਵਾਨ ਸਾਚਾ, ਨਾਨਕ ਕੀ ਪ੍ਰਭ ਟੇ। ਆਓ ਪਿਆਰੇ, ਇੱਥੇ ਸਮਾਪਤੀ ਹੈ। ਵਾਹਿਗੁਰੂ ਦੇ ਚਰਨਾਂ ਵਿੱਚ, ਸਤਿਗੁਰਾਂ ਦੇ ਚਰਨਾਂ ਵਿੱਚ ਅਰਦਾਸ ਕਰਦੇ ਹਾਂ ਕਿ ਸੱਚੇ ਪਾਤਸ਼ਾਹ ਇਹ ਜਿੰਦ, ਇਹ ਸਰੀਰ ਤੇਰੇ ਨਾਮ ਦੇ ਲੇਖੇ ਲੱਗ ਜਾਵੇ, ਸਿਮਰਨ ਦੇ ਲੇਖੇ ਲੱਗ ਜਾਵੇ, ਬਾਣੀ ਦੇ ਲੇਖੇ ਲੱਗ ਜਾਵੇ। ਇਦੋਂ ਵੱਡੀ ਖੁਸ਼ੀ ਕਿਤੇ ਨਹੀਂ ਹੋਵੇ। ਭਾਵੇਂ ਦੁੱਖ ਆਉਣ, ਕਸ਼ਟ ਆਉਣ, ਕਲੇਸ਼ ਆਉਣ, ਕੁਝ ਵੀ ਆਵੇ, ਪਰ ਤੇਰਾ ਨਾਮ ਨਾ ਜਾਵੇ, ਤੇਰੀ ਬਾਣੀ ਨਾ ਜਾਵੇ, ਤੇਰਾ ਸਿਮਰਨ ਨਾ ਜਾਵੇ। ਇਹ ਸਾਰੀ ਸੰਗਤ ਇਹ ਅਰਦਾਸ ਕਰੀ ਕਿ ਸੱਚੇ ਪਾਤਸ਼ਾਹ ਕੁਝ ਵੀ ਹੋਵੇ, ਪਰ ਤੇਰੇ ਨਾਮ ਤੋਂ ਵਿਛੋੜਾ ਨਾ ਪਵੇ, ਤੇਰੀ ਬਾਣੀ ਤੋਂ ਵਿਛੋੜਾ ਨਾ ਹੋ। ਜਦੋਂ ਅਸੀਂ ਜਪਾਂਗੇ ਨਾਮ, ਸੇਵਾ ਕਰਾਂਗੇ, ਤਾਂ ਕੁਝ ਵੀ ਹੋਵੇ ਸਾਡਾ ਭਲਾ ਜ਼ਰੂਰ ਹੋਵੇਗਾ। ਇਸੇ ਕਰਕੇ ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ ਅਸੀਂ ਮੰਗਦੇ ਹਾਂ। ਤੇ ਪਿਆਰਿਓ, ਸਾਡੀ ਤਾਂ ਕੌਮ ਹੀ ਉਹ ਹੈ ਜਿਹੜੀ ਆਪਣਾ ਭਲਾ ਮੰਗੇ ਨਾ ਮੰਗੇ, ਸਰਬੱਤ ਦਾ ਭਲਾ ਜ਼ਰੂਰ ਮੰਗਦੀ ਹੈ। ਤੇ ਪਿਆਰਿਓ, ਜਿਹੜੀ ਕੌਮ ਸਰਬੱਤ ਦਾ ਭਲਾ ਮੰਗਦੀ ਹੈ, ਉਹਦਾ ਖੁਦ ਦਾ ਭਲਾ ਕਿਉਂ ਨਹੀਂ ਹੋਊਗਾ? ਹੋਊਗਾ। ਪਰ ਸਾਨੂੰ ਵਿਸ਼ਵਾਸ ਹੋਵੇ, ਸਾਡੇ ਅੰਦਰ ਸ਼ਰਧਾ ਹੋਵੇ, ਨਾਮ ਇੰਨਾ ਹੋਵੇ ਕਿ ਸਾਡੇ ਵਿੱਚ ਸਥਿਰਤਾ ਹੋਵੇ, ਅਡੋਲਤਾ ਹੋਵੇ। ਅਸੀਂ ਡੋਲੀਏ ਨਾ। ਜਦੋਂ ਬੰਦਾ ਡੋਲਦਾ ਉਦੋਂ ਕੰਮ ਖਰਾਬ ਹੁੰਦਾ। ਡੋਲੇ ਨਾ ਮਨੁੱਖ, ਬਸ ਮਸਤੀ ਵਿੱਚ ਔਰ ਅਡੋਲ ਰਹਿ ਕੇ ਨਾਮ ਜਪੋ। ਜਦੋਂ ਤੁਸੀਂ ਨਾਮ ਜਪੋਗੇ ਬੜਾ ਕੁਝ ਹੋਣਾ, ਬੜਾ ਕੁਝ ਹੋਵੇਗਾ। ਪਰ ਗੁਰੂ ਤੇ ਵਿਸ਼ਵਾਸ ਕਰਕੇ ਨਾਮ ਜਪੋ, ਗੁਰੂ ਸਾਡਾ ਭਲਾ ਕਰੇਗਾ, ਵਾਹਿਗੁਰੂ ਭਲਾ ਕਰੇਗਾ। ਆਓ ਪਿਆਰਿਓ, ਭੁੱਲਾਂ ਦੀ ਖਿਮਾ ਸ਼ਲੋਕ ਵਿੱਚ ਸਾਰੀ ਸੰਗਤ ਨੇ ਬੋਲ ਕੇ ਰਸਨਾ ਪਵਿੱਤਰ ਕਰਨੀ। ਔਰ ਬਵਾਸੀਰ ਦੀ ਦਵਾਈ ਵਾਸਤੇ ਸੰਗਤ ਨੇ ਆਪਣਾ ਹਰੜਾਂ ਦੀ, ਦਾਖਾਂ ਦੀ ਸੇਵਾ ਕੀਤੀ ਹੈ, ਹੋਰ ਦਵਾਈਆਂ ਦੀ ਸੇਵਾ ਕੀਤੀ ਹੈ। ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਕਿਰਪਾ ਕਰੇ। ਜਿਵੇਂ ਤੁਸੀਂ ਸੇਵਾ ਦੇ ਵਿੱਚ ਕਿਸੇ ਦੁੱਖ ਵਿੱਚ ਖੜ ਰਹੇ ਹੋ, ਵਾਹਿਗੁਰੂ ਦੇ ਚਰਨਾਂ ਵਿੱਚ ਅਰਦਾਸ ਕਰਦੇ ਹਾਂ ਕਿ ਵਾਹਿਗੁਰੂ ਤੁਹਾਡੇ ਦੁੱਖਾਂ ਵਿੱਚ ਜ਼ਰੂਰ ਖੜੇ, ਤੁਹਾਡੇ ਦੁੱਖ ਨਿਵਰਤ ਹੋਣ, ਸਾਰਿਆਂ ਨੂੰ ਸ਼ਾਂਤੀ ਮਿਲੇ, ਸੁੱਖ ਮਿਲੇ, ਖੁਸ਼ੀਆਂ ਮਿਲਣ। ਸਲੋਕ ਪਾਵਨ ਗੁਰੂ ਪਾਣੀ ਪਿਤਾ, ਮਾਤਾ ਧਰਤ, ਦਿਵਸ ਰਾਤ ਦੋਇ ਦਾਈ ਦਾਇਆ, ਚੰਗਿਆਈਆ ਵਰਿਆਈਆ, ਕਰਮੀ ਆਪੋ ਆਪਣੀ, ਜਿਨੀ ਨਾਮ ਧਿਆਇਆ, ਨਾਨਕ ਤੇ ਮੁਖ ਉਜਲੇ, ਜਿਨੀ ਨਾਮ ਧਿਆਇਆ, ਨਾਨਕ ਤੇ ਮੁਖ ਉਜਲੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ ਤੁਮ तुम मात पिता हम बारिक